Next component is your keyboard and mouse connector. That is keyboard and mouse connector. ਹੁਣ ਕੀਬੋਰਡ ਐਂਡ ਮਾਊਸ ਕਨੈਕਟਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਉਹ ਵਾਲਾ ਕਨੈਕਟਰ ਜਾਂ ਕੀ ਉਹ ਵਾਲੀ ਪੋਰਟ ਜਿਹੜੀ ਜਗ੍ਹਾ ਤੇ ਕੀਬੋਰਡ ਤੇ ਮਾਊਸ ਲੱਗਦੇ ਹੈਗੇ ਆ, ਉਹਨੂੰ ਆਪਾਂ ਕੀ ਕਹਿੰਦੇ ਜਾਂ ਦੋ ਚੀਜ਼ਾਂ ਹੁੰਦੀਆਂ ਹੈਗੀਆਂ, ਇੱਕ ਪੋਰਟ ਹੁੰਦਾ ਹੈਗਾ, ਇੱਕ ਕਨੈਕਟਰ ਹੁੰਦਾ ਹੈਗਾ। ਪੋਰਟ ਉਹ ਚੀਜ਼ ਹੁੰਦੀ ਹੈ ਜਿਹੜੀ ਜਗ੍ਹਾ ਤੇ ਆਪਾਂ ਕੀਬੋਰਡ ਜਾਂ ਮਾਊਸ ਲਗਾਉਣੇ ਹੈਗੇ ਆ, ਤੇ ਕਨੈਕਟਰ ਉਹ ਚੀਜ਼ ਹੁੰਦੀ ਹੈਗੀ ਆ ਜਿਹੜੀ ਕਿ ਤੁਹਾਡੇ ਮਾਊਸ ਦੀ ਜਾਂ ਜਿਹੜੀ ਕੇਬਲ ਹੁੰਦੀ ਉਹਦੇ ਐਂਡ ਤੇ ਹੁੰਦੀ ਹੈ। ਜਿਵੇਂ ਸਪੋਜ਼ ਕੀ ਹੈ, ਇਹ ਤੁਹਾਡਾ ਕੀ ਆ ਮਾਊਸ ਹੈ, ਇਹਦੀ ਜਿਹੜੀ ਕੇਬਲ ਹੈਗੀ ਆ, ਤੁਸੀਂ ਦੇਖਿਆ ਜਦੋਂ ਕੇਬਲ ਹੁੰਦੀ ਹੈ ਇੱਥੇ ਜਾਂ USB ਨਹੀਂ ਹੁੰਦੀ ਕਈ ਵਾਰ, ਇਹ USB ਪੋਰਟ ਹੁੰਦੀ ਹੈ, USB। ਇਹ ਤੁਹਾਡਾ ਕਨੈਕਟਰ ਜਾਂ USB ਹੋ ਸਕਦਾ ਹੈਗਾ ਮਾਊਸ ਦਾ। ਜਿਵੇਂ ਸਪੋਜ਼ ਇਹ ਮਾਊਸ ਹੈ ਤੇ ਸਿਸਟਮ 'ਚ ਕੀ ਹੈ, ਇੱਥੇ USB ਪੋਰਟ ਹੁੰਦੀ ਹੈ। ਤੁਸੀਂ ਕੀ ਕਰਦੇ ਆ, ਮਾਊਸ ਦੀ ਜਿਹੜੀ USB ਹੈ ਇਹਦੇ 'ਚ ਲਗਾ ਦਿੰਦੇ, ਤੁਹਾਡਾ ਜਿਹੜਾ ਮਾਊਸ ਹੈ ਇਹਦੇ ਨਾਲ ਕਨੈਕਟ ਹੋ ਜਾਂਦਾ ਹੈਗਾ। ਸੋ ਦੋ ਚੀਜ਼ਾਂ ਹੁੰਦੀਆਂ ਹੈਗੀਆਂ, ਇੱਕ USB ਪੋਰਟ ਹੁੰਦੀ ਹੈਗੀ ਹੈ, USB ਕਨੈਕਟਰ ਹੁੰਦਾ ਹੈਗਾ। ਸੋ ਜਿਸ ਤਰ੍ਹਾਂ ਦਾ ਕਨੈਕਟਰ ਹੈਗਾ ਉਸੇ ਤਰ੍ਹਾਂ ਦੀ ਪੋਰਟ ਹੋਏਗੀ। ਜੇ ਤੁਹਾਡੇ ਕੋਲ ਮਾਊਸ ਹੈਗਾ, ਮਾਊਸ ਦੇ ਜਿਹੜੀ ਕੇਬਲ ਹੈ, ਕੇਬਲ ਦੇ ਐਂਡ ਤੇ USB ਕਨੈਕਟਰ ਲੱਗਿਆ ਹੈਗਾ, ਤਾਂ ਤੁਸੀਂ ਉਹਨੂੰ ਕਿੱਥੇ ਲਗਾਓਗੇ, ਜਿਹੜਾ ਸਿਸਟਮ ਹੈ ਉਹਦੀ ਬੈਕ ਸਾਈਡ ਤੇ USB ਕੀ ਹੋਏਗੀ, USB ਪੋਰਟ ਹੋਏਗੀ, ਉਸ ਤੇ ਲਗਾਏਗਾ। USB ਪੋਰਟ ਇਦਾਂ ਦੀ ਬਣੀ ਹੁੰਦੀ ਹੈ, ਤੁਸੀਂ ਦੇਖਿਆ ਹੋਏਗਾ USB ਪੋਰਟ ਇਦਾਂ ਦੀ। ਅੱਜ ਕੱਲ੍ਹ ਬਹੁਤੇ ਡਿਵਾਈਸ ਤੁਸੀਂ ਈਵਨ ਤੁਹਾਡੇ ਮੋਬਾਈਲ ਦੇ ਚਾਰਜਰ ਹੁੰਦੇ ਹੈਗੇ ਆ, ਉਹ ਵੀ ਜਿਹੜਾ ਤੁਸੀਂ ਦੇਖਿਆ ਹੋਏਗਾ ਉਹਦੇ ਟੌਪ ਤੇ ਕੀ ਲੱਗਦਾ ਹੈਗਾ, ਜਿਸ ਤਰ੍ਹਾਂ ਕਿ ਇਹ ਕਨੈਕਟਰ ਹੈਗਾ। ਹੁਣ ਇਹ ਦੇਖੋ ਇਹ ਕੀ ਹੈਗਾ, ਇਹ ਤੁਹਾਡੀ USB ਪੋਰਟ ਹੈਗੀ ਹੈ। ਕਿਹੜੀ ਹੈਗੀ, USB ਪੋਰਟ। ਤੇ ਇਹ ਕੀ ਤੁਹਾਡਾ, ਸੌਰੀ ਇਹ USB ਪੋਰਟ ਹੈ, ਦਿਸ ਇਜ਼ USB ਕਨੈਕਟਰ। ਇਸ ਐਂਡ ਨੂੰ ਆਪਾਂ ਕਹਿ ਦਿੰਦੇ ਹਾਂ ਕਨੈਕਟਰ, ਇਹਨੂੰ ਕਹਿੰਦੇ ਪੋਰਟ। ਜਿਹੜੀ ਚੀਜ਼ 'ਚ ਲੱਗਦੀ ਇਹਨੂੰ ਆਪਾਂ ਪੋਰਟ ਕਹਿ ਦਿੰਦੇ ਹਾਂ, ਦਿਸ ਇਜ਼ ਕਨੈਕਟਰ। ਸੋ ਕੀ ਹੈ, ਸੋ ਇਹ USB ਪੋਰਟ ਹੈ, ਇਹਦੀ ਵੀ ਟਾਈਪਸ ਹੁੰਦੀਆਂ ਹੈਗੀਆਂ, ਠੀਕ ਹੈ। ਇਹ USB ਹੈ ਤੇ ਇਹਦੇ 'ਚ ਵੀ ਐਂਡ ਤੇ ਡਿਫਰੈਂਟ ਹੁੰਦਾ ਹੈਗਾ, ਇਹਦਾ ਪੋਜੀਸ਼ਨ ਬਣੀ ਹੁੰਦੀ ਹੈਗੀ ਹੈ। ਸੋ ਜੇ ਇਹ ਤੁਸੀਂ ਦੂਸਰੇ ਐਂਡ ਦੀ ਗੱਲ ਕਰਦੇ ਹੈਗੇ ਆ, ਤਾਂ ਇਹ ਟਾਈਪਸ ਹੁੰਦੀਆਂ ਇਹਦੀਆਂ, C ਟਾਈਪ ਹੈਗੇ ਆ, ਜਾਂ ਜਿਹੜੇ ਅੱਜ ਕੱਲ੍ਹ ਫਾਸਟ ਚਾਰਜਿੰਗ ਆਉਂਦੀ ਹੈਗੀ ਆ ਉਹ ਅਲੱਗ ਟਾਈਪ ਹੁੰਦੀ ਹੈਗੀ, ਠੀਕ ਹੈ। ਸੋ ਮੈਂ USB ਦਾ ਜਸਟ ਦੱਸਿਆ, ਬਹੁਤੇ ਡਿਵਾਈਸ ਜਿਹੜੇ ਹੁੰਦੇ ਅੱਜ ਕੱਲ੍ਹ USB ਬੇਸਡ ਹੁੰਦੇ ਹੈਗੇ ਆ। ਇੱਦਾਂ ਹੀ ਤੁਹਾਡਾ ਮਾਊਸ ਹੋਏਗਾ, ਮਾਊਸ ਦਾ ਕੀ ਹੈ, ਇੱਕ ਐਂਡ ਇੱਧਰ ਤਾਂ ਮਾਊਸ ਹੋ ਗਿਆ, ਇੱਧਰਲੇ ਐਂਡ ਤੇ ਕੀ ਤੁਸੀਂ ਆਪਣਾ ਜਿਹੜਾ ਕੰਪਿਊਟਰ ਹੈ, ਕੰਪਿਊਟਰ ਦੀ ਬੈਕ ਸਾਈਡ ਤੇ ਤੁਸੀਂ ਕੀ ਹੈ ਇੱਦਾਂ ਲਗਾ ਦਿੰਦੇ ਜਿੱਥੇ USB ਪੋਰਟ ਬਣੀ ਹੁੰਦੀ ਹੈ। ਸੋ ਕੀ ਹੈ, ਮਾਊਸ ਤੇ ਕੀਬੋਰਡ ਜ਼ਿਆਦਾਤਰ ਕੀ ਹੈ, ਦੋ ਤਰ੍ਹਾਂ ਦੀਆਂ ਪੋਰਟਸ ਤੇ ਕੰਮ ਕਰਦੇ ਹੈਗੇ ਆ। ਜਾਂ ਤਾਂ ਜਿਹੜੀ ਪੋਰਟ ਤੁਹਾਨੂੰ ਮੈਂ ਦੱਸਿਆ ਰਾਊਂਡ ਕਨੈਕਟਰ ਹੋਊਗਾ, ਜਿਹੜੀ ਰਾਊਂਡ ਹੋਏਗੀ। ਜੇ ਤੁਹਾਡਾ ਮਾਊਸ ਹੈ ਜਾਂ ਕੀਬੋਰਡ ਹੈ, ਜੇ ਜਿਹੜੀ ਉਹਦੀ ਬੈਕ ਸਾਈਡ ਦੀ ਕੇਬਲ ਹੈਗੀ ਆ, ਦੇ ਕੇਬਲ ਤੇ ਰਾਊਂਡ ਕਨੈਕਟਰ ਹੈਗਾ, ਗ੍ਰੀਨ ਜਾਂ ਰੈੱਡ ਕਲਰ ਦਾ ਹੋਏਗਾ, ਸੌਰੀ ਗ੍ਰੀਨ ਕਲਰ ਜਾਂ ਬਲੂ ਕਲਰ ਦਾ, ਤਾਂ ਉਹ ਜਿਹੜਾ ਕਨੈਕਟਰ ਹੋਏਗਾ 6 ਪਿਨ ਕਨੈਕਟਰ ਹੁੰਦਾ। ਇੱਦਾਂ ਕਰਕੇ 6 ਪਿਨ ਉਹਨੂੰ ਕਹਿੰਦੇ PS2। ਦੋ ਤਰ੍ਹਾਂ ਦੇ ਮਾਊਸ ਆਉਂਦੇ ਹੈਗੇ ਆ ਜਾਂ ਕੀਬੋਰਡ ਆਉਂਦੇ ਹੈਗੇ ਆ, ਇੱਕ ਹੁੰਦੇ ਹੈਗੇ ਤੁਹਾਡੇ USB ਬੇਸਡ, ਦੂਸਰੇ ਹੁੰਦੇ ਆ PS2। ਜਿਹੜਾ USB ਦਾ ਤੁਹਾਨੂੰ ਪਤਾ ਹੀ ਹੈ USB ਕਿਸ ਤਰ੍ਹਾਂ ਦਾ ਹੋਏਗਾ। ਜਿਹੜਾ PST ਮਾਊਸ, ਜਦੋਂ PS2 ਮਾਊਸ ਦੀ ਗੱਲ ਕਰਦੇ ਹੈਗੇ ਆ, ਜੇ ਕੋਈ ਮਾਊਸ ਦੇ ਨਾਲ ਜਿਹੜਾ ਕਨੈਕਟਰ ਲੱਗਿਆ, ਜੇ ਉਹਦੀ ਸ਼ੇਪ ਇਦਾਂ ਦੀ ਹੈਗੀ ਆ ਰਾਊਂਡ, ਇਦਾਂ ਕਰਕੇ ਉਹਦੇ 'ਚ 6 ਪਿੰਸ ਹੈਗੀਆਂ, ਇਦਾਂ ਬਣਿਆ ਹੋਏਗਾ 1 2 3 4 5 6 ਪਿੰਸ ਆਉਣਗੀਆਂ, ਇੱਕ ਨੀਚੇ ਇੱਥੇ ਬਲੌਕ ਹੋਏਗਾ ਬਲੈਕ ਕਲਰ ਦਾ। ਸੋ ਇਹ ਜਿਹੜੀ ਪੋਰਟ ਹੈ ਇਹਨੂੰ ਕੀ ਕਹਿੰਦੇ ਆ, PS2 ਪੋਰਟ ਕਹਿ ਦਿੰਦੇ ਹੈਗੇ। ਠੀਕ ਹੈ ਜੀ, ਲੱਗ ਗਈ ਸਮਝ ਇਹਦੀ। ਇਹ PS2 ਪੋਰਟ ਹੈ। ਤੇ ਅੱਜ ਕੱਲ੍ਹ ਜਿਹੜੇ ਮੋਸਟਲੀ ਜਿਹੜੇ ਕੰਪੋਨੈਂਟਸ, ਮੋਸਟਲੀ ਜਿਹੜੇ ਡਿਵਾਈਸਿਸ ਆ ਰਹੇ ਹੈਗੇ ਆ, ਉਹ ਕਿਹੜੇ ਆ ਰਹੇ ਹੈਗੇ ਆ, USB ਬੇਸਡ ਆ ਰਹੇ ਹੈਗੇ ਆ। ਤੁਸੀਂ ਇਵੇਂ ਦੇਖੋ, ਆਪਣੇ ਕੈਮਰਾਜ਼ ਹੋ ਗਏ, ਆਪਣੇ ਮੋਬਾਈਲ ਚਾਰਜਰ ਹੋ ਗਏ, ਫਿਰ ਜਿੰਨੇ ਤੁਸੀਂ ਡਿਵਾਈਸ ਲਗਾਉਣੇ ਆ, ਸਕੈਨਰ ਆ ਗਏ, ਪ੍ਰਿੰਟਰ, ਪਲੋਟਰ, ਸਾਰੇ ਕੀ ਹੈ USB ਬੇਸਡ ਹੈ। ਕਿਉਂਕਿ ਯੂਨੀਵਰਸਲ ਸੀਰੀਅਲ ਬਸ ਜਿਹੜਾ ਕਨੈਕਟਰ ਹੈ, ਇਹਦੇ ਵੀ ਕੀ ਵਰਸ਼ਨ ਹੈਗੇ ਆ, ਇਹਦੇ ਵੀ ਵਰਸ਼ਨ ਹੈਗੇ, ਜਿਵੇਂ USB 1.0, USB 2.0, USB 3.0। ਬੇਸਿਕਲੀ ਫਰਕ ਕੀ ਹੈਗਾ, ਕਿ ਡਾਟਾ ਸਪੀਡ ਦਾ ਫਰਕ ਹੋਏਗਾ। ਉਹਦੇ 'ਚ ਕੀ ਹੋਏਗਾ, ਜਿਹੜਾ ਤੁਸੀਂ ਲੇਟੈਸਟ ਲਓਗੇ ਤਾਂ ਉਹਦੀ ਉਨੀ ਡਾਟਾ ਕੈਰਿੰਗ ਕਪੈਸਿਟੀ ਉਨੀ ਉਹਦੀ ਫਾਸਟ ਹੋਏਗੀ। ਜਿਸ ਤਰ੍ਹਾਂ ਕਹਿ ਲਓ ਵੀ ਆਪਾਂ ਇੱਕ ਨੋਰਮਲ ਆਪਾਂ ਵਿਲੇਜ ਦੀ ਰੋਡ ਤੇ ਜਾ ਰਹੇ ਹਾਂ ਤੇ ਇੱਕ ਹਾਈਵੇ ਤੇ ਜਾ ਰਹੇ ਹੈਗੇ ਆ, ਦੋਨਾਂ 'ਚ ਫਰਕ ਕੀ ਹੈ, ਦੋਨਾਂ 'ਚ ਗੱਡੀਆਂ ਦੋਨਾਂ 'ਚ ਹੀ ਮੂਵ ਕਰ ਰਹੀਆਂ। ਪਰ ਜਿਹੜੀ ਵਿਲੇਜ ਦੀ ਰੋਡ ਹੋਏਗੀ ਉੱਥੇ ਕੀ ਆ, ਇੱਕ ਲਿਮਿਟ ਹੋਏਗੀ, ਆਪਾਂ 40 ਜਾਂ 50 ਦੀ ਸਪੀਡ ਤੇ ਗੱਡੀ ਡਰਾਈਵ ਕਰਦੇ ਹੈਗੇ ਆ, ਠੀਕ ਹੈ। ਜਿਹੜਾ ਹਾਈਵੇ ਆ ਉੱਥੇ ਆਪਾਂ 100 ਦੀ ਸਪੀਡ ਤੇ ਕਰ ਰਹੇ ਹਾਂ। ਆਪਣਾ ਵਹੀਕਲ ਉਹੀ ਹੈ, ਪਰ ਫਰਕ ਕੀ ਹੈ,
ਪਰ ਜਿਹੜੀ ਹਾਈਵੇ ਹੈਗੀ ਆ ਉੱਥੇ ਆਪਣੀ ਸਪੀਡ ਜਿਹੜੀ ਆ ਜ਼ਿਆਦਾ ਕਿਉਂ ਆ, ਉਹ ਇਸ ਤਰ੍ਹਾਂ ਬਣੀ ਹੋਈ ਹੈਗੀ, ਉੱਥੇ ਆਪਾਂ ਜ਼ਿਆਦਾ ਸਪੀਡ 'ਤੇ ਗੱਡੀ ਚਲਾ ਸਕਦੇ ਹੈਗੇ ਆ। ਸੋ ਇਸੇ ਤਰ੍ਹਾਂ ਹੀ ਜਿਹੜੀਆਂ ਪੋਰਟਸ ਹੁੰਦੀਆਂ USB 1, USB 2.0, USB 3.0, ਇਹਦਾ ਫ਼ਰਕ ਕੀ ਹੈ, ਜਿਹੜਾ ਲੇਟੈਸਟ ਸਿਸਟਮ ਹੋਏਗਾ ਉਨਾ ਹੀ ਉਹਦੀ ਡਾਟਾ ਕੈਰਿੰਗ ਕਪੈਸਿਟੀ ਜ਼ਿਆਦਾ ਹੋਏਗੀ। ਸੋ ਲੇਟੈਸਟ ਤਾਂ ਹੀ ਆਪਾਂ ਕਹਿ ਦਿੰਦੇ ਹਾਂ ਵੀ ਜਦੋਂ ਤੁਸੀਂ ਕੋਈ ਚੀਜ਼ ਬਾਈ ਕਰਨੀ ਹੈਗੀ ਮਾਰਕੀਟ ਤੋਂ ਤਾਂ ਲੇਟੈਸਟ ਲਓ। ਲੇਟੈਸਟ ਦਾ ਮਤਲਬ ਕੀ ਹੈ, ਉਹ ਛੇਤੀ ਕਿਤੇ ਆਬਸਲੀਟ ਨਹੀਂ ਹੋਏਗੀ। ਅਦਰਵਾਈਜ਼ ਕੀ ਹੈ, ਜੇ ਤੁਸੀਂ ਓਲਡ ਚੀਜ਼ ਲਓਗੇ ਤਾਂ ਬੜੀ ਜਲਦੀ ਆਬਸਲੀਟ ਹੋ ਜਾਂਦੀ ਹੈ। ਆਬਸਲੀਟ ਦਾ ਮਤਲਬ ਕੀ ਹੈ, ਉਹ ਆਊਟਡੇਟਡ ਹੋ ਜਾਂਦੀ ਹੈਗੀ ਆ, ਉਹ ਕੰਪੈਟੀਬਿਲਿਟੀ ਨਵੇਂ ਨਾਲ ਨਹੀਂ ਰਹਿੰਦੀ, ਉਹਦੀ ਸਪੀਡ ਵਗੈਰਾ ਆਪਾਂ ਨੂੰ ਲੱਗਦੀ ਹੈਗੀ ਆ ਵੀ ਬਹੁਤ ਘੱਟ ਆ। ਜੇ ਤੁਸੀਂ ਅੱਜ i7 ਤੁਹਾਡੇ ਕੋਲ ਪ੍ਰੋਸੈਸ, ਜਿਹਨੇ i3 ਜਾਂ ਲਿਆ ਸਿਸਟਮ ਲੈਪਟਾਪ ਲਿਆ ਤੇ ਆਈ ਦੀ ਰੇਟ 'ਚ i3 ਆਬਸਲੀਟ ਵਾਂਗੂ ਹੀ ਹੋ ਗਿਆ, ਮਤਲਬ ਪਿੱਛੇ ਰਹਿ ਗਿਆ ਕਾਫੀ, ਕਿਉਂਕਿ ਉਹਦੀ ਸਪੀਡ ਕੰਪੈਟਿਵਲੀ ਘੱਟ ਹੈਗੀ ਆ। ਜੇ i7 ਹੈ ਡੈਟ ਵਿਲ ਬੀ ਬੈਟਰ। ਨੈਕਸਟ ਆ ਜਾਂਦਾ ਹੈਗਾ ਤੁਹਾਡਾ ਦੈਨ ਹਾਰਡ ਡਿਸਕ ਐਂਡ CD DVD ਕਨੈਕਟਰ। ਹਾਰਡ ਡਿਸਕ, ਹੁਣ ਜਿਹੜਾ ਹਾਰਡ ਡਿਸਕ ਦਾ ਇੱਕ ਡਿਵਾਈਸ ਹੈ, ਠੀਕ ਹੈ, ਜਿਹੜਾ ਕਿ ਸਟੋਰੇਜ ਡਿਵਾਈਸ ਹੈ, ਜਿਹਦਾ ਪਰਪਸ ਕੀ ਹੈ, ਪਰਮਾਨੈਂਟਲੀ ਸਟੋਰੇਜ ਕਰਦਾ। ਤੇ CD ਜਾਂ DVD, CD ਤਾਂ ਅੱਜ ਕੱਲ੍ਹ ਚੱਲਦੀ ਨਹੀਂ, DVD ਡਰਾਈਵ ਹੁੰਦੀ ਹੈ। ਦੋ ਤਰ੍ਹਾਂ ਦੀ ਡਰਾਈਵ ਹੁੰਦੀ, ਇੱਕ ਹਾਰਡ ਡਿਸਕ ਹੁੰਦੀ ਹੈ ਪਰਮਾਨੈਂਟ ਸਟੋਰ ਕਰਦੇ ਆ, ਦੂਸਰੀ ਹੁੰਦੀ ਹੈ ਡਿਜੀਟਲ ਵਰਸਟਾਈਲ ਡਿਸਕ DVD ਡਰਾਈਵ। ਇਹਦਾ ਕੰਮ ਕੀ ਆ, ਜਿਹਦੇ 'ਚ ਆਪਾਂ DVD ਰਨ ਕਰ ਦੇਂਗੇ, ਠੀਕ ਆ, ਜਾਂ ਰਾਈਟ ਕਰਦੇ ਹਾਂ। DVD ਰਾਈਟਰ ਹੁੰਦੇ ਆ ਅੱਜ ਕੱਲ੍ਹ, DVD ਰਾਈਟਰ। ਹੁਣ ਇਹ ਲੱਗੇ ਤਾਂ ਸਿਸਟਮ ਦੇ ਵਿੱਚ ਹੀ ਹੁੰਦੇ ਆ, ਪਰ ਇਹਦੀ ਅਲਟੀਮੇਟਲੀ ਕਨੈਕਟੀਵਿਟੀ ਕਾਹਦੇ ਨਾਲ ਹੁੰਦੀ ਹੈਗੀ ਆ, ਅਕਸਰ ਡਾਟਾ ਤਾਂ ਇਹਨੇ ਸਾਰੇ ਪ੍ਰੋਸੈਸਰ ਨਾਲ ਵੀ ਕਮਿਊਨੀਕੇਟ ਕਰਨਾ, ਪੋਰਟਸ ਨਾਲ ਵੀ ਕਮਿਊਨੀਕੇਟ ਕਰਨਾ। ਸੋ ਮਦਰਬੋਰਡ 'ਤੇ ਕਿਵੇਂ ਕਮਿਊਨੀਕੇਟ ਕਰਦਾ ਹੈ, ਉਹ ਇਹਦੇ 'ਚ ਦੋ, ਹੁਣ ਕੋਈ ਵੀ ਹਾਰਡ ਡਿਸਕ ਹੈਗੀ, ਸਪੋਜ਼ ਦਿਸ ਇਜ਼ ਯੂਅਰ ਹਾਰਡ ਡਿਸਕ, ਇਹ ਤੁਹਾਡੀ ਹਾਰਡ ਡਿਸਕ ਡਰਾਈਵ ਹੈ। ਸੋ ਹਾਰਡ ਡਿਸਕ ਡਰਾਈਵ ਆ ਜਾਂ CD ਡਿਸਕ ਜਾਂ DVD ਆ, ਤਾਂ ਇਹ ਦੋਨਾਂ 'ਚ ਕੀ ਹੋਏਗਾ, ਹਾਰਡ ਡਿਸਕ ਤੋਂ ਦੋ ਹੋਣਗੇ ਕਨੈਕਟਰ, ਇੱਕ ਹੋਏਗੀ ਪਾਵਰ, ਦੂਸਰੀ ਡਾਟਾ। ਦੂਸਰਾ ਕੀ ਹੋਏਗਾ, ਡਾਟਾ। ਦੋ ਚੀਜ਼ਾਂ ਹੀ ਹੋਣਗੀਆਂ, ਇੱਕ ਪਾਵਰ ਹੋਏਗੀ, ਇੱਕ ਡਾਟਾ ਹੋਏਗਾ। ਹੁਣ ਜਿਹੜੀ ਪਾਵਰ ਹੈਗੀ ਆ ਹਾਰਡ ਡਿਸਕ ਨੂੰ ਕਿੱਥੋਂ ਮਿਲਣੀ ਹੈਗੀ ਆ, ਇਹ ਕੇਬਲ ਲੱਗੀ ਹੋਊਗੀ, ਉਹ ਕਿੱਥੋਂ ਮਿਲੂਗੀ, ਜਿਹੜਾ SMPS ਦੀ ਗੱਲ ਕੀਤੀ, ਸਵਿਚ ਮੋਡ ਪਾਵਰ ਸਪਲਾਈ, ਜਿਹੜੀ ਤੁਸੀਂ ਦੱਸਿਆ ਮੈਂ ਤੁਹਾਨੂੰ ਕਿਹਾ ਕਾਰਨਰ 'ਚ ਲੱਗੀ ਜਾਂਦੀ ਹੈ, ਉੱਥੋਂ ਅਲੱਗ-ਅਲੱਗ ਪਾਵਰ ਸਪਲਾਈ ਨਿਕਲਦੀਆਂ। ਉਹ ਇੱਕ ਪਾਵਰ ਸਪਲਾਈ ਆਪਾਂ ਨੂੰ ਕਿੱਥੋਂ ਮਿਲ ਜਾਂਦੀ ਆ, SMPS ਤੋਂ। SMPS ਨਾਲ ਕਨੈਕਟਡ ਪਾਵਰ ਹੋ ਗਈ। ਹੁਣ ਦੂਜੀ ਰਹਿੰਦੀ ਡਾਟਾ ਕੇਬਲ। ਡਾਟਾ ਕੇਬਲ ਮੀਨਸ ਕੀ ਹੈ, ਇਹ ਜਿਹੜੀ ਕੇਬਲ ਹੈ, ਜਿਹੜੀ ਇਹ ਡਾਟਾ ਕੇਬਲ ਅਲਟੀਮੇਟਲੀ ਕਿੱਥੇ ਕਨੈਕਟ ਹੋਣੀ ਹੈਗੀ ਆ, ਮਦਰਬੋਰਡ ਦੇ ਉੱਪਰ, ਕਿਉਂਕਿ ਹਾਰਡ ਡਿਸਕ ਲੱਗੀ ਆ ਮਦਰਬੋਰਡ ਦੇ ਉੱਪਰ। ਕੀ ਹੈ, ਇੱਕ ਜਗ੍ਹਾ ਪੋਰਟ ਬਣੀ ਹੋਏਗੀ ਜਿੱਥੇ ਕਨੈਕਟ ਕਰਾਂਗੇ। ਜਿਹੜੀ ਜਗ੍ਹਾ ਮਦਰਬੋਰਡ ਤੇ ਆਪਾਂ ਇਹਨੂੰ ਕਨੈਕਟ ਕਰਦੇ ਹਾਂ, ਉਸ ਪੋਰਟ ਨੂੰ ਕੀ ਕਹਿੰਦੇ ਹੈਗੇ ਆ, ਹਾਰਡ ਡਿਸਕ ਡਰਾਈਵ ਪੋਰਟ, ਜਾਂ ਉਹ ਇਸ ਅੱਜ ਕੱਲ੍ਹ ਜਿਹੜੀ ਪੋਰਟ ਚੱਲਦੀ ਹੈਗੀ ਆ ਜਿਹਦਾ ਨਾਮ, ਉਹਨੂੰ ਆਪਾਂ ਕੀ ਕਹਿ ਦਿੰਦੇ ਹੈਗੇ ਆ, ਸਾਟਾ ਪੋਰਟ। ਕੀ ਕਹਿੰਦੇ ਆ, ਸਾਟਾ ਪੋਰਟ। ਇਹ ਇਦਾਂ ਦੀ ਸ਼ੇਪ ਦੀ ਹੁੰਦੀ ਹੈਗੀ ਆ, ਮੈਂ ਇਦਾਂ ਬਣਾ ਦੇਣਾ ਛੋਟੀ ਜਿਹੀ ਇੱਕ ਇਦਾਂ ਦੀ ਪੋਰਟ। ਇਹ ਜਿਹੜੀ ਪੋਰਟ ਹੈ, ਜਿਹੜਾ ਇਹ ਵਾਲਾ ਕਨੈਕਟਰ ਬਣਾਇਆ ਜਿਹੜਾ ਮੈਂ, ਇਹ ਕੀ ਬਣਾਇਆ ਗਿਆ, ਸਾਟਾ ਪੋਰਟ। ਬੜੀ ਇੱਕ ਪਤਲੀ ਜਿਹੀ ਕੇਬਲ ਹੁੰਦੀ, ਥਿਨ ਕੇਬਲ ਹੁੰਦੀ ਹੈ। ਪਹਿਲਾਂ ਇਹਦੀ ਜਗ੍ਹਾ ਥਿਨ ਕੇਬਲਸ ਨਹੀਂ ਹੁੰਦੀ ਸੀ, ਪਹਿਲਾਂ ਰਿਬਨ ਕੇਬਲ ਹੁੰਦੀ ਸੀ, ਰਿਬਨ ਟਾਈਪ। ਰਿਬਨ ਟਾਈਪ ਦਾ ਮਤਲਬ ਕੀ ਹੈ, ਜਿਵੇਂ ਇਹ ਰਿਬਨ ਹੈ, ਸਪੋਜ਼ ਰਿਬਨ ਦੇਖਿਆ ਨਾ, ਰਿਬਨ ਦੇ ਵਿੱਚ ਵਾਇਰਸ ਹੁੰਦੀਆਂ, ਜਿਵੇਂ ਲਗਾਤਾਰ ਇੱਕ ਇੰਨੀ ਚੌੜੀ ਸਟ੍ਰਿਪ ਆ, ਉਹਦੇ 'ਚ ਆਪਾਂ ਵਾਇਰਸ ਲਗਾ ਦੀ, ਉਹਨੂੰ ਰਿਬਨ ਟਾਈਪ ਕਹਿੰਦੇ ਆ। ਰਿਬਨ ਸਟ੍ਰਿਪਡ ਵਾਇਰਸ ਹੁੰਦੀਆਂ। ਅੱਜ ਕੱਲ੍ਹ ਰਿਬਨ ਸਟ੍ਰਿਪ ਨਹੀਂ ਚੱਲਦੀਆਂ, ਅੱਜ ਕੱਲ੍ਹ ਜਿਹੜੀਆਂ ਚੱਲਦੀਆਂ ਹੈਗੀਆਂ ਉਹ ਸਿੰਗਲ ਹੁੰਦੀ, ਇੱਦਾਂ ਕਰਕੇ ਦੋ ਕਨੈਕਟਰ ਹੁੰਦੇ ਹੈਗੇ ਆ। ਇੱਕ ਕਨੈਕਟਰ ਲੱਗ ਜਾਂਦਾ ਹਾਰਡ ਡਿਸਕ ਦੇ ਵਿੱਚ, ਜਿਹੜਾ ਡਾਟਾ ਕੇਬਲ ਦਾ ਕੰਮ ਕਰਦਾ ਹੈਗਾ। ਜਿਹੜਾ ਦੂਸਰਾ ਐਂਡ ਹੈਗਾ, ਉਹ ਮਦਰਬੋਰਡ ਦੇ ਉੱਪਰ ਲੱਗਦਾ। ਜਿਹੜੀ ਜਗ੍ਹਾ ਮਦਰਬੋਰਡ ਦੇ ਉੱਪਰ ਲੱਗਦਾ, ਉਹਨੂੰ ਆਪਾਂ ਪੋਰਟ ਦਾ ਨਾਮ ਕੀ ਕਹਿ ਦਿੰਦੇ ਹਾਂ, ਸਾਟਾ ਪੋਰਟ। ਕਿਹੜੀ ਪੋਰਟ ਹੁੰਦੀ ਹੈਗੀ ਆ, ਸਾਟਾ ਪੋਰਟ। ਸੀਰੀਅਲ AT ਅਟੈਚਮੈਂਟ, ਸੀਰੀਅਲ AT ਅਟੈਚਮੈਂਟ, ਸੀਰੀਅਲ ਐਡਵਾਂਸ ਟੈਕਨੋਲੋਜੀ ਅਟੈਚਮੈਂਟ। ਸੋ ਇਹ ਫਾਸਟ ਇੰਟਰਫੇਸ ਹੈਗਾ। ਅੱਜ ਕੱਲ੍ਹ ਜਿੰਨੀਆਂ ਤੁਸੀਂ ਜ਼ਿਆਦਾ ਹਾਰਡ ਡਿਸਕ ਨਾਲ ਇੰਟਰਫੇਸ ਹੋਏਗਾ, ਮੀਨਸ ਕੀ ਹੈ, ਮਦਰਬੋਰਡ ਦੇ ਉੱਪਰ ਜੇ ਹਾਰਡ ਡਿਸਕ ਤੁਸੀਂ ਕਨੈਕਟ ਕਰਨੀ ਹੈ ਤਾਂ ਕਿਹੜੀ ਕੇਬਲ ਨਾਲ ਕਨੈਕਟ ਕਰੋਗੇ, ਜਿਹੜੀ ਕੇਬਲ ਆ ਉਹਨੂੰ ਸਾਟਾ ਕੇਬਲ ਕਹਿੰਦੇ ਆ। ਜਿਹੜੀ ਮੈਂ ਆਹ ਕੇਬਲ ਬਣਾਈ ਹੈ ਸਾਟਾ ਕੇਬਲ। ਜਿਹੜੇ ਇਹਦੇ ਐਂਡ ਹੈਗੇ ਆ, ਇੱਕ ਹਾਰਡ ਡਿਸਕ 'ਚ ਲੱਗ ਜਾਂਦਾ, ਦੂਜਾ ਕਿੱਥੇ ਲੱਗਦਾ, ਮਦਰਬੋਰਡ 'ਤੇ ਜਿਹੜੀ ਪੋਰਟ ਬਣੀ ਹੁੰਦੀ ਹੈਗੀ ਆ, ਉਹ ਪੋਰਟ ਨੂੰ ਆਪਾਂ ਕੀ ਕਹਿੰਦੇ ਹੈਗੇ ਆ, ਸਾਟਾ ਪੋਰਟ। ਸੀਰੀਅਲ AT ਅਟੈਚਮੈਂਟ। ਪਹਿਲਾਂ AT ਅਟੈਚਮੈਂਟ ਹੁੰਦੀ ਸੀ, ਪਹਿਲਾਂ ਡਿਫਰੈਂਟ ਹੁੰਦਾ ਸੀ, ਅੱਜ ਕੱਲ੍ਹ ਸਾਟਾ ਚੱਲਦੀ ਹੈਗੀ। ਪਹਿਲਾਂ AT ਅਟੈਚਮੈਂਟ ਸੀ, ਅੱਜ ਕੱਲ੍ਹ ਸੀਰੀਅਲ AT ਅਟੈਚਮੈਂਟ ਚੱਲਦੀ ਹੈਗੀ ਆ। ਸੋ ਜਿਵੇਂ ਹਾਰਡ ਡਿਸਕ ਕਨੈਕਟ ਕਰਦੇ ਆ, ਸਿਮਿਲਰਲੀ ਆਪਾਂ ਇਹਨੂੰ DVD ਡਰਾਈਵ ਵੀ ਇੱਦਾਂ ਕਨੈਕਟ ਕਰ, ਇਹਦੀ ਵੀ ਪਾਵਰ ਹੋਏਗੀ ਇੱਕ ਪਾਸੇ, ਤੇ ਦੂਸਰੀ ਡਾਟਾ ਕੇਬਲ ਹੋਏਗੀ।
ਸੋ ਇਦਾਂ ਦੀ ਕੇਬਲ ਇੱਕ ਹੋਰ ਲਗਾ ਦਾਂਗੇ, ਉਹ ਇੱਥੋਂ DVD ਨੂੰ ਲੱਗ ਜਾਏਗੀ ਡਰਾਈਵ ਨੂੰ, ਤੇ ਦੂਜੀ ਆਪਣਾ ਇਹ ਜਿਹੜਾ ਤੁਹਾਡਾ SATA ਪੋਰਟ ਹੈਗੀ ਆ, ਦਿਸ ਇਜ਼ ਯੂਅਰ SATA ਪੋਰਟ, SATA, ਇਹ SATA ਪੋਰਟ ਹੋ ਗਈ। ਜਿਹੜੀ ਜਗ੍ਹਾ ਤੇ ਜਦੋਂ ਵੀ ਮੈਂ ਪੋਰਟ ਦੀ ਗੱਲ ਕਰਦਾ, ਇਹਦਾ ਮਤਲਬ ਕੀ ਹੈ, ਉਸ ਜਗ੍ਹਾ ਤੇ ਆਪਾਂ ਕਨੈਕਟ ਲਗਾ ਰਹੇ ਹਾਂ, ਕਨੈਕਟਰ ਲਗਾ ਰਹੇ ਹਾਂ, ਠੀਕ ਹੈ। ਤੇ ਜਦੋਂ ਕਨੈਕਟਰ ਦੀ ਗੱਲ ਕਰਦਾ ਹੈਗਾ, ਤਾਂ ਕਨੈਕਟਰ ਮੀਨਸ ਕੀ ਆ, ਜਿਹੜਾ ਕੇਬਲ ਦੇ ਐਂਡ ਤੇ ਲੱਗਿਆ ਹੁੰਦਾ ਕਨੈਕਟਰ, ਉਹਨੂੰ ਆਪਾਂ ਕਨੈਕਟਰ ਕਹਿ ਦਿੰਦੇ ਹਾਂ। ਜਿਹੜਾ ਕਿ ਪੋਰਟ ਦੇ ਅੰਦਰ ਲੱਗਦਾ, ਉਹਨੂੰ ਕੀ ਕਹਿੰਦੇ ਹੈਗੇ, ਕਨੈਕਟਰ। ਜਿਹੜਾ ਪੋਰਟ ਹੁੰਦੀ ਆ ਉਹਦੇ ਵਿੱਚ ਕਨੈਕਟਰ ਲੱਗਦਾ ਹੈਗਾ। ਸੋ ਇਹ ਕੀ ਹੈ, SATA ਪੋਰਟ ਤੇ ਕੀ ਆ, ਇੱਕ SATA ਪੋਰਟ ਤੇ ਤੁਹਾਡਾ ਹਾਰਡ ਡਿਸਕ ਡਰਾਈਵ ਜਾਂ DVD ਡਰਾਈਵ ਲੱਗਦੀ ਹੈਗੀ, ਠੀਕ ਹੈ। ਸੋ ਹਾਰਡ ਡਿਸਕ ਵੀ ਹੋ ਗਿਆ, DVD ਕਨੈਕਟਰ ਹੋ ਗਿਆ, DVD ਕਨੈਕਟਰ ਹਾਰਡ ਡਿਸਕ ਤੇ DVD 'ਚ ਹੋ ਗਿਆ SATA ਪੋਰਟ। ਦੈਨ ਰੋਮ ਬਾਇਓਸ, ਰੀਡ ਓਨਲੀ ਮੈਮਰੀ ਬਾਇਓਸ। ਬੇਸਿਕਲੀ ਕੀ ਹੈ, ਰੋਮ ਕੱਲੀ ਚੀਜ਼ ਨਹੀਂ ਹੈ, ਬਾਇਓਸ ਤਾਂ ਕਹਿ ਦਿੰਦੇ ਹੈਗੇ ਆ। ਰੋਮ ਕੀ ਹੈ, ਰੀਡ ਓਨਲੀ ਮੈਮਰੀ। ਹੁਣ ਤੱਕ ਤੁਸੀਂ ਪੜ੍ਹਿਆ, ਕ੍ਰੈਮ ਜ਼ਰੂਰ ਕੀਤਾ ਹੈਗਾ ਰੀਡ ਓਨਲੀ ਮੈਮਰੀ। ਜਿਹੜੀ ਰੀਡ ਹੀ ਹੋਣੀ, ਫਿਰ ਆਪਾਂ ਨੂੰ ਕੀ ਫਾਇਦਾ ਇਹਦਾ। ਰੀਡ ਓਨਲੀ ਮੈਮਰੀ ਦਾ ਬੈਨੀਫਿਟ ਕੀ ਹੈ, ਇਹ ਰੀਡ ਓਨਲੀ ਮੈਮਰੀ ਕੀ ਹੈ, ਇੱਕ ਚਿਪ ਦੀ ਫਾਰਮ 'ਚ ਹੁੰਦੀ ਹੈ। ਜਿਵੇਂ ਸਪੋਜ਼ ਇਹ ਮੈਂ ਬਣਾਤੀ, ਇਹ ਰੋਮ, ਇਸੀ ਨਾਲ ਰੋਮ ਚਿਪ, ਇਹ ਰੋਮ ਦੀ ਚਿਪ ਹੈ, ਰੋਮ ਬਾਇਓਸ, ਰੋਮ ਬਾਇਓਸ। ਬੇਸਿਕਲੀ ਕੀ ਹੈ, ਇਹ ਮਦਰਬੋਰਡ ਦੇ ਉੱਪਰ ਇੱਕ ਚਿਪ ਹੁੰਦੀ ਹੈਗੀ ਹੈ, ਜਿਹਨੂੰ ਆਪਾਂ ਕਹਿੰਦੇ ਆ ਰੀਡ ਓਨਲੀ ਮੈਮਰੀ ਬੇਸਿਕ ਇਨਪੁਟ ਆਊਟਪੁੱਟ ਸਿਸਟਮ। ਰੋਮ ਬਾਇਓਸ, ਰੀਡ ਓਨਲੀ ਮੈਮਰੀ ਬੇਸਿਕ ਇਨਪੁਟ ਆਊਟਪੁੱਟ ਸਿਸਟਮ। ਹੁਣ ਜਦੋਂ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਰੈਮ ਕਿਵੇਂ ਕੰਮ ਕਰਦਾ ਹੈਗਾ, ਸੋ ਰੈਮ ਤੇ ਰੋਮ ਇਕੱਠੇ ਹੀ ਕੰਮ ਕਰਦੇ ਆ ਆਲਮੋਸਟ। ਸੋ ਸਭ ਤੋਂ ਪਹਿਲਾਂ ਜਦੋਂ ਤੁਸੀਂ ਸਿਸਟਮ ਨੂੰ ਔਨ ਕਰਦੇ ਆ, ਤੁਸੀਂ ਸਿਸਟਮ ਦੇ ਵਿੱਚ ਪਾਵਰ ਦੇ ਨੇ ਨਾ, ਸਿਸਟਮ ਨੂੰ ਪਾਵਰ ਦਾ ਬਟਨ ਔਨ ਕਰਦੇ ਆ, ਤਾਂ ਬੇਸਿਕਲੀ ਕੀ ਹੁੰਦਾ ਹੈਗਾ, ਸਭ ਤੋਂ ਪਹਿਲਾਂ ਜਿਹੜਾ ਕੰਟਰੋਲ ਹੈ ਉਹ ਕਿੱਥੇ ਜਾਂਦਾ ਹੈਗਾ, ਰੋਮ ਦੇ ਵਿੱਚ। ਕਿੱਥੇ ਜਾਂਦਾ ਹੈਗਾ, ਰੋਮ ਦੇ ਵਿੱਚ, ਰੀਡ ਓਨਲੀ ਮੈਮਰੀ। ਸੋ ਇਹ ਜਿਹੜੀ ਮੈਮਰੀ ਹੈ, ਇਹ ਰੀਡ ਓਨਲੀ ਮੈਮਰੀ ਕਿਉਂ ਕਹਿੰਦੇ ਇਹਨੂੰ, ਕਿਉਂਕਿ ਇਹਦੇ 'ਚ ਆਪਣਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਹੈਗਾ। ਇਹ 'ਚ ਸਿਸਟਮ ਨੇ ਰੀਡ ਕਰਨਾ, ਰਾਈਟ ਨਹੀਂ ਕਰ ਸਕਦੇ। ਸਿਸਟਮ 'ਚ ਕੀ ਰੀਡ ਕਰਦਾ, ਇਹਦੇ 'ਚ ਕੀ ਹੁੰਦਾ ਹੈਗਾ, ਸਟਾਰਟਅਪ ਪ੍ਰੋਗਰਾਮਸ ਹੁੰਦੇ ਆ। ਰੋਮ ਬਾਇਓਸ 'ਚ ਕੀ ਹੁੰਦੇ ਹੈਗੇ ਆ, ਸਟਾਰਟਅਪ ਪ੍ਰੋਗਰਾਮਸ, ਮਤਲਬ ਉਹ ਪ੍ਰੋਗਰਾਮਸ ਜਿਹੜੇ ਕਿ ਸਿਸਟਮ ਨੂੰ ਸਟਾਰਟ ਕਰਨ 'ਚ, ਤੁਸੀਂ ਵਾਰ-ਵਾਰ ਤੁਸੀਂ ਸਵਿਚ ਔਨ ਕਰਦੇ ਆ ਨਾ ਜਦੋਂ ਵੀ ਸਿਸਟਮ ਨੂੰ, ਇੱਕ ਪ੍ਰੋਸੈਸ ਹੁੰਦਾ ਹੈਗਾ ਜਦੋਂ ਤੱਕ ਵਿੰਡੋਜ਼ ਲੋਡ ਨਹੀਂ ਹੋ ਕੇ ਆਉਂਦੀਆਂ। ਉਹ ਜਿਹੜੇ ਪ੍ਰੋਗਰਾਮਸ ਆ ਕਿੱਥੇ ਕਾਹਦੇ ਸਟੋਰ ਕੀਤੇ ਹੁੰਦੇ ਆ, ਰੋਮ ਚਿਪ ਦੇ ਵਿੱਚ। ਰੋਮ ਇੱਕ ਚਿਪ ਹੈਗੀ ਆ। ਵੈਸੇ ਤਾਂ ਨਾਰਮਲੀ ਨਾ ਆਪਾਂ ਡਿਵਾਈਸ ਦੇ ਵਿੱਚ ਡਾਟਾ ਸਟੋਰ ਕਰਦੇ ਆ। ਜਦੋਂ ਵੀ ਆਪਾਂ ਕਿਸੇ ਪ੍ਰੋਗਰਾਮ ਨੂੰ ਚਿਪ ਦੇ ਵਿੱਚ ਸਟੋਰ ਕਰੀਏ, ਦੋ ਚੀਜ਼ਾਂ ਹੁੰਦੀਆਂ, ਇੱਕ ਤੁਸੀਂ ਪੜ੍ਹਿਆ ਹੈਗਾ ਸੌਫਟਵੇਅਰ, ਇੱਕ ਹਾਰਡਵੇਅਰ, ਇੱਕ ਤੀਜਾ ਹੁੰਦਾ ਫਰਮਵੇਅਰ। FIRMWEAR। ਸੌਫਟਵੇਅਰ ਹੁੰਦਾ ਹੈਗਾ ਜਿਹੜਾ ਸੈਟਅਪ ਇੰਸਟਰਕਸ਼ਨ ਜਾਂ ਪ੍ਰੋਗਰਾਮ ਜਿਹਦੇ ਨਾਲ ਆਪਾਂ ਕੋਈ ਟਾਸਕ ਕਰਦੇ ਆ, ਉਹਨੂੰ ਸੌਫਟਵੇਅਰ ਕਹਿ ਦਿੰਦੇ ਹੈਗੇ, ਜਿਵੇਂ ਉਹਦੀ ਲੈਂਗੁਏਜ 'ਚ ਲਿਖਦੇ ਆ, ਸਟੈਪ ਬਾਈ ਸਟੈਪ ਪ੍ਰੋਸੀਜਰ ਆ। ਹਾਰਡਵੇਅਰ ਹੁੰਦਾ ਜਿਹੜਾ ਫਿਜ਼ੀਕਲ ਕੰਪੋਨੈਂਟਸ ਹੈਗਾ। ਤੇ ਫਰਮਵੇਅਰ ਕੀ ਹੁੰਦਾ ਹੈਗਾ, ਜੇ ਕਿਸੇ ਸੌਫਟਵੇਅਰ ਨੂੰ ਆਪਾਂ ਕਿਸੇ ਚਿਪ ਦੇ ਵਿੱਚ ਸਟੋਰ ਕਰ ਦਈਏ, ਉਹ ਕੀ ਬਣ ਜਾਂਦਾ, ਫਰਮਵੇਅਰ। ਓਕੇ, ਜੇ ਤੁਸੀਂ ਸੌਫਟਵੇਅਰ ਨੂੰ ਹਾਰਡਵੇਅਰ ਸਟੋਰ ਕਰਦੇ, ਉਹਨੂੰ ਕੀ ਕਹਿ ਦਿੰਦੇ ਆਪਾਂ, ਫਰਮਵੇਅਰ ਕਹਿ ਦਿੰਦੇ ਆ। ਸੋ ਬੇਸਿਕਲੀ ਰੋਮ ਬਾਇਸ ਕੀ ਹੈ, ਇੱਕ ਫਰਮਵੇਅਰ ਹੈਗਾ। ਰੋਮ ਇੱਕ ਚਿਪ ਹੈਗੀ ਹੈ, ਚਿਪ ਦੇ ਵਿੱਚ ਕੀ ਹੈ, ਤੁਸੀਂ ਪ੍ਰੋਗਰਾਮਿੰਗ ਕਰਦੇ ਆ ਨਾ, ਪ੍ਰੋਗਰਾਮਿੰਗ ਕਰਕੇ ਚਿਪ 'ਚ ਪ੍ਰੋਗਰਾਮਿੰਗ ਕੀਤੀ ਹੁੰਦੀ ਹੈਗੀ ਆ, ਤਾਂ ਕਰਕੇ ਤੁਸੀਂ ਨਾਮ ਸੁਣਿਆ ਹੈਗਾ। ਰੋਮ ਦੀਆਂ ਟਾਈਪਸ ਪੜ੍ਹੀਆਂ ਹੋਣਗੀਆਂ। ਰੋਮ ਦੀਆਂ ਟਾਈਪਸ ਹੁੰਦੀਆਂ PROM, PROM, EPROM, EEPROM, ਮਤਲਬ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। ਜਦੋਂ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ ਦਾ ਮਤਲਬ ਕੀ ਹੈ, ਇਸ ਰੋਮ ਨੂੰ ਤੁਸੀਂ ਪ੍ਰੋਗਰਾਮ ਕਰ ਸਕਦੇ, ਮੀਨਸ ਕੀ ਹੈ, ਇਹਦੇ ਜਿਹੜਾ ਪ੍ਰੋਗਰਾਮ ਹੈ ਉਹ ਚੇਂਜ ਕਰ ਸਕਦੇ ਆ। ਪਰ ਨਾਰਮਲੀ ਕੀ ਹੈ, ਇਹ ਕਦੇ ਵੀ ਕੰਪਿਊਟਰ 'ਚ ਰੋਮ ਬਹੁਤ ਘੱਟ ਚੇਂਜ ਹੁੰਦੀ ਹੈ। ਇੱਕ ਵਾਰ ਜਦੋਂ ਮੈਨੂਫੈਕਚਰਰ ਬਣਾ ਦਿੰਦਾ ਹੈਗਾ, ਉਸ ਤੋਂ ਬਾਅਦ ਕਦੇ ਚੇਂਜ ਨਹੀਂ ਹੁੰਦੀ ਹੈ, ਫਿਕਸ ਰਹਿੰਦੀ ਹੈਗੀ ਹੈ। ਇਹ ਉਦੋਂ ਹੁੰਦੀ ਹੈ ਬਾਈ ਚਾਂਸ, ਬਹੁਤ ਰੇਅਰੈਸਟ ਆਫ ਚਾਂਸ ਆ ਵੀ ਰੋਮ 'ਚ ਫਾਲਟ। ਰੈਮ ਜ਼ਰੂਰ ਖਰਾਬ ਹੋ ਸਕਦੀ ਹੈਗੀ ਆ, ਪਰ ਰੋਮ ਖਰਾਬ ਨਹੀਂ ਹੁੰਦੀ। ਸੋ ਰੋਮ ਦੇ ਵਿੱਚ ਸਟਾਰਟਅਪ ਪ੍ਰੋਗਰਾਮਸ ਹੁੰਦੇ ਆ, ਤੁਹਾਡੇ ਇਨੀਸ਼ੀਅਲ ਡਰਾਈਵਰਸ ਹੁੰਦੇ ਹੈਗੇ, ਜਿਹਦੇ ਨਾਲ ਤੁਹਾਡਾ ਡਿਸਪਲੇ ਆਉਂਦਾ ਹੈਗਾ। ਸੋ ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਟਾਸਕ ਹੈਗਾ, ਕੰਪਿਊਟਰ ਔਨ ਕਰਦੇ ਆ ਤੁਸੀਂ, ਸਭ ਤੋਂ ਪਹਿਲਾਂ ਤੁਹਾਡਾ ਕੰਟਰੋਲਰ ਤੁਹਾਡਾ ਰੋਮ ਕੋਲ ਜਾਂਦਾ। ਰੋਮ ਬਾਇਸ ਤੋਂ ਸਟਾਰਟਅਪ ਪ੍ਰੋਗਰਾਮ ਹੁੰਦੇ ਆ, ਉਹਦੇ 'ਚ ਪੋਸਟ ਹੁੰਦਾ ਪਾਵਰ ਔਨ ਸੈਲਫ ਟੈਸਟ।
ਪਾਵਰ ਔਨ ਸੈਲਫ ਟੈਸਟ। ਪੋਸਟ ਦਾ ਮਤਲਬ ਕੀ ਹੈ? ਪੋਸਟ ਪਾਵਰ ਔਨ ਸੈਲਫ ਟੈਸਟ। ਇਹ ਪ੍ਰੋਗਰਾਮ ਵੀ ਕਾਹਦੇ 'ਚ ਹੁੰਦਾ? ਰੋਮ 'ਚ ਹੁੰਦਾ ਹੈਗਾ, ਜਿਹਦਾ ਕੰਮ ਕੀ ਹੁੰਦਾ, ਜਦੋਂ ਵੀ ਸਿਸਟਮ ਨੂੰ ਤੁਸੀਂ ਪਾਵਰ ਔਨ ਕਰਦੇ ਆ, ਇਹ ਸੈਲਫ ਟੈਸਟਿੰਗ ਕਰਦਾ ਹੈਗਾ। ਸਿਸਟਮ ਨੂੰ ਦੇਖਦਾ ਵੀ ਸਿਸਟਮ ਸਾਰੇ ਕਨੈਕਟਡ ਹੈ, ਕੰਪੋਨੈਂਟਸ ਠੀਕ ਚੱਲ ਰਹੇ ਹੈਗੇ ਆ, ਮਾਊਸ ਕਨੈਕਟਡ ਹੈ। ਇਹ ਤੁਹਾਨੂੰ ਐਰਰ ਦੱਸ ਦਿੰਦਾ ਜੇ ਕੋਈ ਐਰਰ ਹੋਵੇ ਤਾਂ। ਇਹਨੂੰ ਪਾਵਰ ਔਨ ਸੈਲਫ। ਸੋ ਕੀ ਹੈ, ਤੇ ਬਾਕੀ ਇਨੀਸ਼ੀਅਲ ਡਰਾਈਵਰਸ ਤੇ ਸਟਾਰਟਅਪ ਪ੍ਰੋਗਰਾਮ ਕਾਹਦੇ 'ਚ ਹੁੰਦੇ ਹੈਗੇ ਆ? ਰੋਮ ਦੇ ਵਿੱਚ ਹੁੰਦੇ ਹੈਗੇ। ਸੋ ਰੋਮ ਦਾ ਕੰਮ ਕੀ ਹੈ, ਤੁਸੀਂ ਆਪੇ ਇੰਪੋਰਟੈਂਸ ਦੇਖ ਲਓ। ਜੇ ਰੋਮ ਬਾਇਸ ਖਰਾਬ ਹੋ ਗਿਆ ਤਾਂ ਵੀ ਕਦੇ ਵੀ ਤੁਹਾਡਾ ਸਿਸਟਮ ਔਨ ਨਹੀਂ ਹੋਇਆ, ਕਿਉਂਕਿ ਰੋਮ ਬਾਇਓਸ ਨੇ ਹੀ ਸਿਸਟਮ ਨੂੰ ਇਨੀਸ਼ੀਅਲਾਈਜ਼ ਕਰਨਾ। ਜਦੋਂ ਪਾਵਰ ਔਨ ਕਰਾਂਗੇ, ਸਭ ਤੋਂ ਪਹਿਲਾਂ ਜਿਹੜੀ ਜ਼ਿੰਮੇਵਾਰੀ ਕਿਸ ਚੀਜ਼ ਦੀ ਹੈਗੀ ਆ? ਰੋਮ ਬਾਇਸ ਦੀ, ਕਿਉਂਕਿ ਸਾਰੇ ਜਿਹੜੇ ਸਟਾਰਟਅਪ ਪ੍ਰੋਗਰਾਮ ਕਾਹਦੇ 'ਚ ਕੀਤੇ ਹੁੰਦੇ ਹੈਗੇ ਆ? ਰੋਮ। ਸੋ ਇਹ ਕਿਉਂਕਿ ਇਹ ਰੀਡ ਓਨਲੀ ਮੈਮਰੀ ਤਾਂ ਕਹਿੰਦੇ ਆ, ਕਿਉਂਕਿ ਵਾਰ-ਵਾਰ ਆਪਣਾ ਇਹਦੇ ਨਾਲ ਕੋਈ ਲਿੰਕ ਨਹੀਂ ਹੁੰਦਾ। ਸਿਸਟਮ ਨੇ ਵਾਰ-ਵਾਰ ਉਹੀ ਚੀਜ਼ ਪ੍ਰੋਸੈਸ ਵਾਰੀ-ਵਾਰੀ ਰੀਡ ਕਰਨੀ। ਜਸਟ ਕੀ ਹੈ, ਇਟ ਹੈਜ਼ ਟੂ ਬੀ ਰੈਡ ਅਗੇਨ ਐਂਡ ਅਗੇਨ। ਜਦੋਂ ਵੀ ਸਿਸਟਮ ਔਨ ਕਰਾਂਗੇ, ਸੇਮ ਪ੍ਰੋਸੈਸ ਹੁੰਦਾ ਹੈਗਾ। ਇਹਦੇ ਕੋਲ ਸਟਾਰਟਅਪ ਪ੍ਰੋਗਰਾਮ ਰਨ ਹੁੰਦੇ ਆ, ਪਾਵਰ ਔਨ ਸੈਲਫ ਟੈਸਟ ਹੁੰਦਾ ਹੈਗਾ। ਫਿਰ ਤੁਹਾਡਾ ਜਿਹੜਾ ਆਪਰੇਟਿੰਗ ਸਿਸਟਮ ਹੈ, ਉਹ ਐਕਚੁਅਲੀ ਕਿੱਥੇ ਪਿਆ ਹੁੰਦਾ? ਤੁਹਾਡਾ ਹਾਰਡ ਡਿਸਕ 'ਚ ਪਿਆ ਹੁੰਦਾ ਹੈਗਾ। ਹਾਰਡ ਡਿਸਕ 'ਚ ਕਾਹਦੇ 'ਚ ਆ ਜਾਂਦਾ? ਤੁਹਾਡੇ ਰੈਮ 'ਚ ਆ ਜਾਂਦਾ ਹੈਗਾ। ਜਿਹੜੀ ਰੈਮ ਹੈਗਾ, ਰੈਮ 'ਚ ਆ ਜਾਂਦਾ ਹੈਗਾ। ਤਾਂ ਕਰਕੇ ਤੁਹਾਡਾ ਸਿਸਟਮ ਉਸ ਟਾਈਮ ਆਪਾਂ ਕਹਿ ਦਿੰਦੇ ਹਾਂ, ਜਦੋਂ ਵੀ ਆਪਾਂ ਕੰਮ ਕਰਦੇ ਹਾਂ, ਆਪਾਂ ਰੈਮ 'ਚ ਕੰਮ ਕਰ ਦੇਂਗੇ। ਤੇ ਜਿਹੜਾ ਪ੍ਰੋਸੈਸ ਹੈਗਾ, ਸਿਸਟਮ ਨੂੰ ਤੁਹਾਡਾ ਪਾਵਰ ਨੂੰ ਔਨ ਕਰਨ ਤੋਂ ਲੈ ਕੇ ਜਦੋਂ ਤੀਕਰ ਤੁਹਾਡਾ ਸਿਸਟਮ ਤੇ ਵਿੰਡੋਜ਼ ਆ ਜਾਂਦੀਆਂ, ਕਰਸਰ ਮੂਵ ਕਰਨਾ ਸ਼ੁਰੂ ਕਰ ਦਿੰਦਾ, ਇਹ ਜਿਹੜੀ ਸਾਰੀ ਪ੍ਰੋਸੈਸ ਹੈਗੀ, ਉਹ ਆਪਾਂ ਕੀ ਕਹਿ ਦਿੰਦੇ ਆ? ਬੂਟਿੰਗ ਕਹਿੰਦੇ ਆ। ਇਹਨੂੰ ਕਹਿੰਦੇ ਆ BWTING, ਬੂਟਿੰਗ। ਬੂਟਿੰਗ ਦਾ ਮਤਲਬ ਕੀ ਹੈ? ਨਾਓ ਯੂਅਰ ਸਿਸਟਮ ਇਜ਼ ਰੈਡੀ ਟੂ ਵਰਕ, ਨਾਓ ਯੂ ਕੈਨ ਵਰਕ ਔਨ ਸਿਸਟਮ। ਤੁਸੀਂ ਕਦੇ ਨੋਟ ਕੀਤਾ, ਤੁਸੀਂ ਜਿੰਨਾ ਚਿਰ ਕਰਸਰ ਨਹੀਂ ਆਉਂਦਾ ਹੈਗਾ ਜਾਂ ਵਿੰਡੋਜ਼ ਨਹੀਂ ਆਉਂਦੇ ਸੀ, ਉਸ ਤੋਂ ਪਹਿਲਾਂ ਤੁਸੀਂ ਸਿਸਟਮ ਤੇ ਕੋਈ ਵੀ ਕੰਮ ਨਹੀਂ ਕਰ ਸਕਦੇ। ਇਹ ਫਰਦਰ, ਸੋ ਕੀ ਹੈ, ਤਾਂ ਹੀ ਆਪਾਂ ਕਿਉਂਕਿ ਆਪਰੇਟਿੰਗ ਸਿਸਟਮ ਤੁਹਾਡਾ ਲੋਡ ਹੋ ਕੇ ਕਿੱਥੇ ਆ ਜਾਂਦਾ? ਰੈਮ ਦੇ ਵਿੱਚ। ਤਾਂ ਹੀ ਆਪਾਂ ਆਪਰੇਟਿੰਗ ਸਿਸਟਮ ਦੀ ਤੁਹਾਡੀ ਡੈਫੀਨੇਸ਼ਨ ਵੀ ਇਹੀ ਹੁੰਦੀ ਹੈਗੀ ਆ। ਇਟ ਇਜ਼ ਨੋਨ ਐਜ਼ ਦਾ ਇੰਟਰਫੇਸ ਬਿਟਵੀਨ ਯੂਜ਼ਰ ਐਂਡ ਦਾ ਕੰਪਿਊਟਰ। ਯੂਜ਼ਰ ਤੇ ਕੰਪਿਊਟਰ ਦੇ ਵਿੱਚ ਆਪਰੇਟਿੰਗ ਸਿਸਟਮ ਕੀ ਕੰਮ ਕਰਦਾ? ਇੰਟਰਫੇਸ। ਜੇ ਕੰਪਿਊਟਰ ਤੇ ਤੁਹਾਡੇ ਆਪਰੇਟਿੰਗ ਸਿਸਟਮ ਲੋਡ ਹੋ ਕੇ ਆ ਗਿਆ ਤਾਂ ਕੀ ਹੈ, ਤੁਸੀਂ ਕੰਮ ਕਰ ਸਕਦੇ ਆ, ਅਦਰਵਾਈਜ਼ ਨਹੀਂ। ਸੋ ਕਈ ਵਾਰ ਕੀ ਹੁੰਦਾ, ਤੁਹਾਡੇ ਆਪਰੇਟਿੰਗ ਸਿਸਟਮ ਦੀ ਫਾਈਲ ਜਾਂ ਆਪਾਂ ਕਹਿੰਦੇ ਵਿੰਡੋਜ਼ ਕਰਪਟ ਹੋ ਗਈ। ਬੇਸਿਕਲੀ ਵਿੰਡੋਜ਼ ਕੀ ਹੈ? ਵਿੰਡੋਜ਼ ਤੁਹਾਡਾ ਆਪਰੇਟਿੰਗ ਸਿਸਟਮ ਹੈ। ਆਪਰੇਟਿੰਗ ਸਿਸਟਮ ਤੋਂ ਬਿਨਾ ਹਿਊਮਨ ਬੀਇੰਗਸ ਕੰਪਿਊਟਰ ਨਾਲ ਗੱਲਬਾਤ ਨਹੀਂ ਕਰ ਸਕਦੇ, ਆਪਾਂ ਕਮਿਊਨੀਕੇਟ ਨਹੀਂ ਕਰ ਸਕਦੇ। ਸੋ ਸਭ ਤੋਂ ਪਹਿਲਾਂ ਕੀ ਆਪਣੇ ਸਿਸਟਮ ਵਿੱਚ ਕੀ ਹੋਣਾ ਚਾਹੀਦਾ ਹੈਗਾ? ਆਪਰੇਟਿੰਗ ਸਿਸਟਮ ਹੋਣਾ ਚਾਹੀਦਾ। ਆਪਰੇਟਿੰਗ ਸਿਸਟਮ ਲੋਡ ਹੋ ਕੇ ਕਿੱਥੇ ਹੋਣਾ ਚਾਹੀਦਾ? ਰੈਮ 'ਚ ਵੀ ਹੋਣਾ ਚਾਹੀਦਾ। ਕੱਲਾ ਹੋਣ ਨਾਲ ਕੁਛ ਨਹੀਂ ਹੈ ਵੀ ਤੁਹਾਡੇ ਸੀ ਡਰਾਈਵ ਜਾਂ ਹਾਰਡ ਡਿਸਕ 'ਚ ਆਪਰੇਟਿੰਗ ਸਿਸਟਮ ਹੈ। ਜੇ ਤੁਹਾਡੇ ਰੈਮ 'ਚ ਵੀ ਫਾਲਟ ਆ ਗਿਆ ਜਾਂ ਰੋਮ 'ਚ ਫਾਲਟ ਹੈ, ਤਾਂ ਵੀ ਤੁਹਾਡਾ ਸਿਸਟਮ ਕੰਮ ਨਹੀਂ ਕਰੇਗਾ। ਸੋ ਹਰੇਕ ਪਾਰਟ ਦੀ ਆਪਣੀ ਆਪਣੀ ਇੰਪੋਰਟੈਂਸ ਹੈ। ਰੈਮ ਦੀ ਵੀ ਅਟਮੋਸਟ ਇੰਪੋਰਟੈਂਸ ਹੈ ਤੇ ਰੈਮ ਦੀ ਵੀ ਹੈ। ਸੋ ਇੱਕ ਨੈਕਸਟ ਜਿਹੜਾ ਹੈਗਾ, ਇੱਕ ਦੋ ਬਸ ਦੋ ਰਹਿ ਗਏ ਲਾਸਟ ਸਾਡੇ। ਸੀਮੋਸ ਬੈਟਰੀ ਪੋਰਟਸ ਤੁਹਾਨੂੰ ਦੱਸ ਦਾਂਗੇ। ਸੀਮੋਸ ਬੈਟਰੀ ਚਿਪ। ਸੀਮੋਸ ਕੀ ਹੁੰਦਾ? ਕੰਪਲੀਮੈਂਟਰੀ ਮੈਟਲ ਆਕਸਾਈਡ ਸੈਮੀਕੰਡਕਟਰ ਬੈਟਰੀ। ਸੀਮੋਸ ਕੀ ਹੈ? ਕੰਪਲੀਮੈਂਟਰੀ ਮੈਟਲ ਆਕਸਾਈਡ ਸੈਮੀਕੰਡਕਟਰ ਚਿਪ ਹੈਗੀ ਆ, ਜਿਹੜੀ ਕਿ ਬੈਟਰੀ ਆਪਰੇਟਡ ਹੈ। ਬੈਟਰੀ ਆਪਰੇਟਡ ਕੀ ਹੈ? ਤੁਸੀਂ ਦੇਖਿਆ ਹੋਏਗਾ, ਸਿਸਟਮ ਦੇ ਵਿੱਚ ਇੱਕ ਸੈੱਲ ਹੁੰਦਾ ਹੈ, ਇਹਦਾ ਸੈੱਲ ਹੁੰਦਾ ਰਾਊਂਡ ਸ਼ੇਪ ਦਾ। ਇਸ ਕਰ ਇਦਾਂ ਦਾ ਰਾਊਂਡ ਸ਼ੇਪ ਦਾ ਸੈੱਲ ਬਣਦਾ ਹੈਗਾ, ਜਿਸ ਤਰ੍ਹਾਂ ਆਪਣੇ ਤੁਸੀਂ ਖਿਲੌਣਿਆਂ ਦੇ ਵਿੱਚ ਸੈੱਲ ਪੈਂਦਾ ਹੈਗਾ। ਲਿਥੀਅਮ ਦੀ ਬੈਟਰੀ ਹੁੰਦੀ ਹੈ, ਲਿਥੀਅਮ ਦੀ ਬੈਟਰੀ ਹੁੰਦੀ ਹੈਗੀ ਹੈ। ਜੇ ਆਪਣੀ ਵਾਚ ਦੇ ਵਿੱਚ ਪੈਂਦੀ ਹੈਗੀ ਆ, ਵਾਚ ਦੇਖਿਆ ਨਾ ਤੁਸੀਂ, ਵਾਚ ਦੇ ਵਿੱਚ ਤੁਹਾਡੇ ਕੀ ਆ? ਲਿਥੀਅਮ ਦੀ ਬੈਟਰੀ ਹੁੰਦੀ ਹੈਗੀ ਆ। ਹੁਣ ਤੁਸੀਂ ਦੇਖਿਆ ਹੈਗਾ ਸਿਸਟਮ 'ਚ ਕਈ ਵਾਰ ਦੇਖਿਆ ਤੁਹਾਡਾ ਜਿਹੜਾ ਕੰਪਿਊਟਰ ਹੈ, ਉਹਦੀ ਡੇਟ ਐਂਡ ਟਾਈਮ ਦੀ ਸੈਟਿੰਗ ਖਰਾਬ ਹੋ ਜਾਂਦੀ ਹੈ। ਤੁਸੀਂ ਕਹਿੰਦੇ ਜਿਹੜਾ ਕੰਪਿਊਟਰ ਹੈ, ਇਹਦੀ ਡੇਟ ਰੀਸੈਟ ਹੋਈ ਪਈ ਹੈਗੀ, ਇਹ ਐਕਚੁਅਲ ਡੇਟ ਨਹੀਂ ਦੱਸ ਰਿਹਾ, ਟਾਈਮ ਨਹੀਂ ਦੱਸ ਰਿਹਾ। ਬੇਸਿਕਲੀ ਕੀ ਹੈ, ਇਹਦਾ ਤੁਹਾਨੂੰ ਪਤਾ ਹੀ ਹੈ, ਤੁਸੀਂ ਘਰੇ ਵਾਚ ਵੀ ਬੰਨਦੇ ਹੈਗੇ ਆ, ਵਾਚ ਯੂਜ਼ ਕਰਦੇ ਹੈਗੇ ਆ। ਜੇ ਵਾਚ ਦੇ ਵਿੱਚ ਸੈੱਲ ਨਹੀਂ ਹੋਏਗਾ 24 ਘੰਟੇ, ਤਾਂ ਸੈੱਲ ਤਾਂ ਤੁਹਾਡੀ ਵਾਚ ਸਹੀ ਟਾਈਮ ਨਹੀਂ ਦੇਗੀ ਨਾ। ਵਾਚ ਤਾਂ ਉਦੋਂ ਹੀ ਟਾਈਮ ਦੇਗੀ ਤੁਹਾਡੇ ਕਲੌਕ, ਜਿਹੜੀ ਕਲੌਕ ਘਰਾਂ 'ਚ ਕਲੌਕ ਵੀ ਲੱਗੇ, ਜੇ ਆਪਾਂ ਉਹਨਾਂ 'ਚ ਕਲੌਕ ਦੇ ਵਿੱਚ ਵੀ ਸੈੱਲ ਜਦੋਂ ਖਰਾਬ ਹੋ ਜਾਂਦਾ, ਆਪਣਾ ਟਾਈਮ ਰੁਕ ਜਾਂਦਾ ਹੈਗਾ। ਠੀਕ ਹੈ, ਰੀਸੈਟ ਹੋ ਜਾਂਦਾ, ਉੱਥੇ ਹੀ ਰੁਕ ਜਾਂਦਾ ਹੈਗਾ। ਸੋ ਕੰਪਿਊਟਰ ਦੇ ਵਿੱਚ, ਕੰਪਿਊਟਰ ਜਦੋਂ ਤੋਂ ਤੁਸੀਂ ਔਨ ਕਰਦੇ ਆ, ਉਦੋਂ ਤੁਸੀਂ ਇਹਨੂੰ, ਤੁਹਾਡੀ ਜਿਹੜੀ ਕਲੌਕ ਹੈ, ਕਲੌਕ ਨੂੰ ਪਾਵਰ ਤਾਂ ਚਾਹੀਦੀ ਹੈਗੀ ਹੈ। ਕੋਈ ਵੀ ਕਲੌਕ ਦੁਨੀਆ ਦੀ ਇੱਦਾਂ ਨਹੀਂ ਹੈ ਜਿਹੜੀ ਕਿਸੇ ਬੈਟਰੀ ਤੋਂ ਬਿਨਾਂ ਚੱਲੇ, ਬੈਟਰੀ ਕਹਿ ਲਓ ਜਾਂ ਸੈੱਲ ਤੋਂ ਬਿਨਾਂ। ਸੋ ਕੰਪਿਊਟਰ ਦੀ ਜਿਹੜੀ, ਤੁਸੀਂ ਕੰਪਿਊਟਰ ਦੇ ਰਾਈਟ ਦੇ ਨੀਚੇ ਜੋ ਕੰਪਿਊਟਰ ਦਾ ਡਿਸਪਲੇ ਹੈਗਾ, ਉਹਦੇ ਰਾਈਟ ਬਾਟਮ ਤੇ ਤੁਸੀਂ ਦੇਖਦੇ ਹੈਗੇ ਆ, ਆਪਣਾ ਕਲੌਕ ਬਣੀ ਹੁੰਦੀ ਹੈਗੀ ਆ। ਉਹ ਕਲੌਕ ਸਹੀ ਟਾਈਮ ਕਦੋਂ ਦਿੰਦੀ ਹੈਗੀ ਆ? ਜੇ ਇਹ ਵਾਲਾ ਸੈੱਲ ਤੁਹਾਡਾ ਸਹੀ ਹੈ। ਇਹ ਕੀ ਕਰਦਾ ਸੈੱਲ? ਤੁਹਾਡੀ ਜਿਹੜੀ ਸੈਟਿੰਗ ਹੈ ਸਾਰੀ, ਇੱਕ ਜਿਹੜੀ ਸੈਟਿੰਗ ਹੈਗੀ ਆ,
ਇੱਕ ਚਿਪ ਹੁੰਦੀ ਹੈਗੀ ਆ, ਚਿਪ ਦੇ ਨਾਲ ਇਹ ਬੈਟਰੀ ਕਨੈਕਟਡ ਹੁੰਦੀ ਹੈਗੀ ਆ। ਜਦੋਂ ਹੁਣ ਜਿਸ ਟਾਈਮ ਤੁਸੀਂ ਪਾਵਰ ਔਨ ਰਹਿੰਦੀ ਸਿਸਟਮ, ਉਸ ਟਾਈਮ ਤਾਂ ਠੀਕ ਹੈ। ਜਦੋਂ ਤੁਹਾਡੇ ਸਿਸਟਮ ਆਫ ਕਰਤਾ, ਤੁਸੀਂ ਰਾਤ ਨੂੰ ਤੁਸੀਂ ਕੰਪਿਊਟਰ ਆਫ ਕਰਤਾ, ਉਸ ਟਾਈਮ ਉਹ ਜਿਹੜੀ ਚਿਪ ਹੈਗੀ ਹੈ, ਕਲੌਕ ਚਿਪ ਹੈ, ਜਿਹੜੀ ਟਾਈਮ ਦੇ ਰਹੀ ਹੈਗੀ ਹੈ, ਇੱਕ ਤਰ੍ਹਾਂ ਦਾ ਕਲੌਕ ਹੀ ਲੱਗੀ ਹੋਈ ਹੈ ਕੰਪਿਊਟਰ ਦੇ ਵਿੱਚ। ਉਹ ਕਲੌਕ ਕਿੱਥੋਂ ਦੇਗੀ ਤੁਹਾਨੂੰ, ਕਿੱਥੋਂ ਸਪਲਾਈ ਮਿਲੇਗੀ ਉਹਨੂੰ? ਨੈਚੁਰਲੀ ਕੀ ਹੈ, ਉਹਦੇ ਵਾਸਤੇ ਇੱਕ ਇੱਕ ਸੀਮੋਸ ਬੈਟਰੀ ਹੁੰਦੀ ਹੈਗੀ ਆ, ਲਿਥੀਅਮ ਬੈਟਰੀ ਹੈਗੀ ਹੈ। ਜਿਹੜਾ ਕਿ ਸੈੱਲ ਆਪਾਂ ਲਾਇਆ ਹੁੰਦਾ ਹੈਗਾ, ਇਹ ਸੈੱਲ ਕੀ ਹੈ, ਇਹਦੀ ਸੈੱਲ ਦੀ ਵੈਲਿਡਿਟੀ ਹੁੰਦੀ ਹੈ 3-4 ਸਾਲ ਜਾਂ 2 ਸਾਲ ਕੰਮ ਕਰਦਾ ਹੈਗਾ। ਹੁਣ ਮੋਸਟਲੀ ਤੁਸੀਂ ਦੇਖਿਆ, ਤੁਸੀਂ ਪਬਲਿਕ ਪਲੇਸਿਸ ਤੇ ਜਾਂਦੇ ਆ ਜਾਂ ਆਪਾਂ ਕਾਲਜ 'ਚ ਵੀ ਦੇਖਦੇ ਹੈਗੇ ਆ, ਲੈਬਾਂ 'ਚ ਸਿਸਟਮ ਜਿਹੜੇ ਹੁੰਦੇ ਆ ਉਹ ਟਾਈਮ ਸਹੀ ਨਹੀਂ ਦੇ ਰਹੇ ਹੁੰਦੇ ਆ। ਉਹਦਾ ਇੱਕੋ ਹੀ ਰੀਜ਼ਨ ਹੁੰਦਾ ਵੀ ਇਹ ਨਾ 20-30 ਰੁਪਈਜ਼ ਦਾ ਇੱਕ ਸੈੱਲ ਹੁੰਦਾ ਹੈਗਾ। ਇਹ ਸੈੱਲ ਨੂੰ ਤੁਸੀਂ ਰਿਪਲੇਸ ਕਰ ਦਿਓ ਦੁਬਾਰਾ। ਫਿਰ ਹੁੰਦਾ ਕੀ ਹੈ, ਇਹ ਬੈਟਰੀ ਜਿੰਨਾ ਚਿਰ ਤਾਂ ਸੈੱਲ ਠੀਕ ਰਹਿੰਦਾ ਹੈਗਾ, ਤੁਹਾਨੂੰ ਟਾਈਮ ਜਦੋਂ ਤੁਸੀਂ ਕੰਪਿਊਟਰ ਆਫ ਕਰ ਦਿੰਦੇ ਹੈਗੇ ਆ, ਇਹ ਸਪਲਾਈ ਇੱਥੋਂ ਲਈ ਜਾਂਦਾ ਹੈਗਾ ਤੇ ਤੁਹਾਡਾ ਜਿਹੜੀ ਕਲੌਕ ਔਨ ਰਹਿੰਦੀ ਹੈ। ਜਦੋਂ ਇਹ ਸੈੱਲ ਵੀਕ ਹੋ ਜਾਂਦਾ ਹੈਗਾ ਤੇ ਕਲੌਕ ਕੀ ਹੈ, ਵਰਕ ਨਹੀਂ ਕਰਦੀ, ਇਸ ਕਰਕੇ ਤੁਹਾਡਾ ਟਾਈਮ ਰੀਸੈਟ ਹੋ ਜਾਂਦਾ। ਫਿਰ ਤੁਸੀਂ ਜਦੋਂ ਕੰਪਿਊਟਰ 'ਤੇ ਉਹਨੂੰ ਸੈੱਟ ਕਰ ਦਿੰਦੇ ਆ, ਫਿਰ ਜਿੰਨਾ ਚਿਰ ਕੰਪਿਊਟਰ ਔਨ ਰਹਿੰਦਾ ਫਿਰ ਸੈੱਟ ਰਹਿੰਦਾ ਹੈਗਾ। ਫਿਰ ਸ਼ਾਮ ਨੂੰ ਜਦੋਂ ਆਫ ਕਰ ਦਿੰਦੇ ਆ, ਫਿਰ ਉਹ ਆਟੋਮੈਟਿਕਲੀ ਉਹਦੀ ਸੈਟਿੰਗ ਉੱਡ ਜਾਂਦੀ ਹੈ, ਫਿਰ ਉਹ ਰੀਸੈਟ ਹੋ ਜਾਂਦਾ ਹੈ। ਸੋ ਕੰਪਿਊਟਰ 'ਚ ਸੀਮੋਸ ਬੈਟਰੀ ਕੀ ਹੈ, ਇਹਦਾ ਬੇਸਿਕਲੀ ਪਰਪਸ ਇਹ ਹੈ, ਇਹ ਜਿਹੜੀਆਂ ਸੈਟਿੰਗਸ ਹੈਗੀਆਂ ਉਹ ਸਟੋਰ ਕਰਕੇ ਰੱਖਦਾ ਹੈਗਾ। ਜਿਹੜੀਆਂ ਸੈਟਿੰਗਸ ਤੁਸੀਂ ਦਿੱਤੀਆਂ ਹੈਗੀਆਂ, ਜਦੋਂ ਕੰਪਿਊਟਰ ਆਫ ਹੁੰਦਾ ਉਸ ਟਾਈਮ ਇਹ ਜਿਹੜੀ ਪਾਵਰ ਦਿੰਦਾ ਹੈਗਾ, ਇੱਕ ਸੈੱਲ ਦਿੰਦਾ ਹੈਗਾ, ਜਿਸ ਦੀ ਵਜ੍ਹਾ ਨਾਲ ਕੁਝ ਸੈਟਿੰਗਸ ਹੁੰਦੀਆਂ, ਜਿਵੇਂ ਤੁਸੀਂ ਕਈ ਵਾਰ ਪਾਸਵਰਡ ਲਗਾਏ ਹੁੰਦੇ ਹੈਗੇ ਆ, ਪਾਸਵਰਡ ਵੀ ਜੇ ਸਟੋਰ ਕਰਕੇ ਰੱਖਣੇ ਹੈਗੇ ਆ, ਤਾਂ ਉਹ ਵੀ ਕੀ ਆ, ਉਹ ਸੀਮੋਸ ਸੈਟਅਪ ਦੇ ਥਰੂ ਤੁਸੀਂ ਸਟੋਰ ਕੀਤੇ ਹੁੰਦੇ ਹੈਗੇ ਆ। ਤੇ ਉਹਦਾ ਜਿਹੜਾ ਸੈਟਅਪ ਹੈ ਉਹ ਬੈਟਰੀ ਥਰੂ ਹੁੰਦਾ ਹੈਗਾ। ਇੱਕ ਬੈਟਰੀ ਜਿਹੜੀ ਹੁੰਦੀ ਹੈਗੀ ਹੈ, ਰਾਊਂਡ ਬੈਟਰੀ ਹੁੰਦੀ, ਜਿਹੜੀ ਕੀ ਹੈ, ਉਹ ਚੀਜ਼ ਪਾਵਰ ਦਿੰਦੀ ਹੈਗੀ ਆ। ਇਹਨੂੰ NV RAM ਵੀ ਕਹਿੰਦੇ ਹੈਗੇ ਆ। NV RAM, NV RAM, ਨੋਨ ਵੋਲੇਟਾਈਲ ਰੈਂਡਮ ਐਕਸੈਸ ਮੈਮਰੀ। ਇਹ ਰੈਮ ਚਿਪ ਨੋਨ ਵੋਲੇਟਾਈਲ ਰੈਂਡਮ, ਬੇਸਿਕਲੀ ਜਿਹੜੀ ਰੈਮ ਹੁੰਦੀ ਹੈਗੀ ਆ ਵੋਲੇਟਾਈਲ ਹੁੰਦੀ ਆ। ਵੋਲੇਟਾਈਲ ਦਾ ਮਤਲਬ ਕੀ ਹੈ, ਇਹਦੇ ਪਾਵਰ ਕੰਟੈਂਟ ਜਦੋਂ ਪਾਵਰ ਚਲੀ ਜਾਂਦੀ ਖਤਮ ਹੋ ਜਾਂਦੇ ਆ। ਪਰ ਜੇ ਤੁਸੀਂ ਰੈਮ ਨੂੰ ਸਪਲਾਈ ਦੇ ਦਿਓ ਲਗਾਤਾਰ 24 ਘੰਟੇ ਕਿਸੇ ਬੈਟਰੀ ਦੇ ਥਰੂ, ਉਹ ਨੋਨ ਵਾਲੇਟਾਈਲ ਹੋਏਗੀ, ਉਹਦੇ ਕੰਟੈਂਟਸ ਡਿਲੀਟ ਨਹੀਂ ਹੋਣਗੇ। ਇਸ ਕਰਕੇ ਇਹਨੂੰ NV RAM ਵੀ ਕਹਿੰਦੇ ਗਿਆ, ਨੋਨ ਵੋਲੇਟਾਈਲ ਰੈਮ। ਲਿਥੀਅਮ ਬੈਟਰੀ ਹੁੰਦੀ ਹੈਗੀ ਆ, ਇਹ ਕੰਟੀਨਿਊਸਲੀ ਪਾਵਰ ਬੈਕਅਪ ਦਿੰਦੀ ਰਹਿੰਦੀ ਹੈਗੀ ਆ। ਤੇ ਲਾਸਟ ਤੁਹਾਡਾ ਜਿਹੜਾ ਕੰਪੋਨੈਂਟ ਡੈਟ ਇਜ਼ ਯੋਰ ਇਟਸ ਪੋਰਟਸ ਕਿਹੜੀਆਂ ਕਿਹੜੀਆਂ ਹੁੰਦੀਆਂ ਹੈਗੀਆਂ? ਪੋਰਟਸ ਤੁਹਾਨੂੰ ਪਤਾ ਹੀ ਹੈ, USB, ਜਾਂ ਪਹਿਲਾਂ ਕੀ ਨਾਰਮਲੀ ਪੋਰਟਸ ਜਿਹੜੀਆਂ ਹੁੰਦੀਆਂ ਸੀਗੀਆਂ, ਸੀਰੀਅਲ ਪੋਰਟ, ਸੀਰੀਅਲ ਪੋਰਟ sorry ਸੀਰੀਅਲ ਪੋਰਟਸ, ਪੈਰਲਲ ਪੋਰਟਸ, ਦੈਨ ਸਾਊਂਡ ਪੋਰਟਸ ਵੀ ਹੁੰਦੀਆਂ ਹੈਗੀਆਂ, ਜਿੱਥੇ ਸਾਊਂਡ ਲਗਾਉਣੇ ਆ, ਸਾਊਂਡ ਪੋਰਟਸ, USB। ਇਹ ਸਾਰੀਆਂ ਜਿਹੜੀਆਂ ਪੋਰਟਸ ਦਾ ਕੰਮ ਕੀ ਹੈ, ਇਹ ਸਿਸਟਮ ਦੇ ਬੈਕ ਸਾਈਡ 'ਤੇ ਹੁੰਦੀਆਂ ਹੈਗੀਆਂ। ਜਿੱਥੇ ਤੁਸੀਂ ਕੀ ਹੈ, ਲੈਨ ਪੋਰਟ ਹੁੰਦੀ ਹੈਗੀ ਆ, ਜਿੱਥੇ ਕੀ ਹੈ ਤੁਸੀਂ ਨੈਟਵਰਕਿੰਗ ਲਈ ਕੇਬਲ ਲਗਾਉਣੇ ਆ ਜਾਂ ਡਾਟਾ ਕੇਬਲ ਲਗਾਉਣੇ ਆ। ਲੈਨ ਕੇਬਲ ਕਹਿ ਦਿੰਦੇ ਹੈਗੇ ਆ। RJ45 ਕਨੈਕਟਰ ਲੱਗਿਆ ਹੁੰਦਾ ਹੈਗਾ। ਜਿਵੇਂ ਜਿਸ ਤਰ੍ਹਾਂ ਟੈਲੀਫੋਨ ਦਾ ਕਨੈਕਟਰ ਉਸ ਤਰ੍ਹਾਂ ਦਾ ਲੱਗਦਾ ਹੈਗਾ। ਜਿਹੜੀਆਂ ਸੀਰੀਅਲ ਤੇ ਪੈਰਲਲ ਪੋਰਟਸ ਹੈਗੀਆਂ, ਉਹਨਾਂ ਦੋਨਾਂ ਦਾ ਅੱਜ ਕੱਲ੍ਹ ਅਲਟਰਨੇਟਿਵ ਕੀ ਆ ਗਿਆ, ਤੁਹਾਡਾ USB। ਉਹਦੀ ਜਗ੍ਹਾ ਕੀ ਆ ਗਈ, ਯੂਨੀਵਰਸਲ ਸੀਰੀਅਲ ਬਸ। ਸੀਰੀਅਲ ਪੋਰਟਸ ਬੇਸਿਕਲੀ ਕਾਹਦੇ ਲਈ ਸੀਗਾ, ਸੀਰੀਅਲ ਡਿਵਾਈਸਿਸ ਵਾਸਤੇ, ਜਿਹੜੇ ਬਿਟ ਬਾਏ ਬਿਟ ਕਮਿਊਨੀਕੇਟ ਕਰਦੇ, ਜਿਵੇਂ ਤੁਹਾਡਾ ਮਾਊਸ ਹੈ ਜਾਂ ਕੀਬੋਰਡ ਹੈ। ਪੈਰਲਲ ਪੋਰਟ ਕਿਸ ਪਰਪਸ ਲਈ ਸੀਗੀ, ਜਿਸ 'ਚ ਕੀ ਹੈ ਐਟ ਏ ਟਾਈਮ ਨੰਬਰ ਆਫ ਬਿਟਸ ਫਲੋ ਕਰਦੀਆਂ ਸੀਗੀਆਂ, ਜਿਵੇਂ 8 ਬਿਟਸ ਐਟ ਏ ਟਾਈਮ। ਇਹ ਕਾਹਦੇ ਵਾਸਤੇ ਹੁੰਦੀ ਸੀ, ਜਿਸ ਤਰ੍ਹਾਂ ਤੁਹਾਡਾ ਪ੍ਰਿੰਟਰ ਹੈਗਾ ਜਾਂ ਪਲੋਟਰ ਹੈ, ਉਹ ਪੈਰਲਲ ਪੋਰਟ ਦੇ ਉੱਪਰ ਲੱਗਦੇ ਸੀ। ਪਰ ਅੱਜ ਕੱਲ੍ਹ ਇਹਦਾ ਇੱਕੋ ਹੀ ਅਲਟਰਨੇਟਿਵ ਆ ਗਿਆ, ਡੈਟ ਇਜ਼ USB, ਯੂਨੀਵਰਸਲ ਸੀਰੀਅਲ ਬਸ ਪੋਰਟ। ਸਾਊਂਡ ਜਿਹੜੀ ਪੋਰਟ ਹੈਗੀ ਆ, 3 ਤਰ੍ਹਾਂ ਦੇ ਬਣੇ ਹੁੰਦੇ ਆ ਸਾਊਂਡ ਪੋਰਟ, ਇਸ ਤਰ੍ਹਾਂ ਦੇ। ਉਹਦੇ 2 ਸਪੀਕਰਸ ਦੇ ਹੋ ਜਾਂਦੇ ਆ, ਇੱਕ ਮਾਈਕ ਦਾ ਹੋ ਜਾਂਦਾ ਹੈਗਾ। ਇੱਕ ਮਾਈਕ, 2 ਸਪੀਕਰਸ ਹੁੰਦੇ, 2 ਸਪੀਕਰਸ ਲਗਾ ਸਕਦੇ ਆ। ਮਾਈਕ ਨਾਲ ਤੁਸੀਂ ਇਨਪੁਟ ਦਿੰਦੇ ਹੈਗੇ ਆ, ਤੇ ਤੁਹਾਡੇ ਜਿਹੜੇ ਦੂਸਰੇ ਜਿਹੜੇ ਆ ਸਾਊਂਡ ਵਾਸਤੇ ਹੁੰਦੇ ਹੈਗੇ, ਸਪੀਕਰਸ ਲਗਾ ਕੇ ਆਊਟਪੁੱਟ ਆ ਜਾਂਦੀ ਹੈਗੀ ਆ। ਇਹ ਪੋਰਟਸ ਹੁੰਦੀਆਂ ਹੈਗੀਆਂ। ਦੈਨ ਸੋ ਜਨਰਲੀ ਇਹੀ ਪੋਰਟਸ ਹੁੰਦੀਆਂ ਹੈਗੀਆਂ ਜਿਹੜੀ 'ਤੇ ਆਪਾਂ ਡਿਵਾਈਸਿਸ ਅਟੈਚ ਕਰ ਸਕਦੇ ਹਾਂ। ਸੋ ਇਹ ਮੋਸਟਲੀ ਜਿਹੜੇ ਮੈਕਸਿਮਮ ਕੰਪੋਨੈਂਟਸ ਤੁਹਾਨੂੰ ਮੈਂ ਦੱਸ ਚੁੱਕਿਆ, ਇਹਦੇ ਜਿਹੜੇ ਕੰਪੋਨੈਂਟਸ ਹੈਗੇ ਆ।